ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਨਾਲ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਸੁਰੱਖਿਅਤ ਨਿਕਲ ਕੇ ਮਾਛੀਵਾੜੇ ਦੇ ਜੰਗਲ ਵਿੱਚ ਜਾ ਪੁੱਜੇ। ਇਧਰ ਪਿੱਛੇ ਸਾਧ ਸੰਗਤ ਜੀ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਤੇ ਤਕਰੀਬਨ ਜੋ 40 ਸਿੰਘ ਗਿਣਤੀ ਦੇ ਵਿੱਚ ਸਨ, ਉਹ ਸਾਰੇ ਸ਼ਹਾਦਤਾਂ ਦਾ ਜਾਮ ਪੀ ਚੁੱਕੇ ਸਨ। ਇਹਨਾਂ ਦੇ ਸੰਸਕਾਰ ਦੀ ਸੇਵਾ ਸਾਧ ਸੰਗਤ ਚਮਕੌਰ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਹੈ ਰਾਏਪੁਰ। ਉੱਥੋਂ ਦੀ ਰਹਿਣ ਵਾਲੀ ਇੱਕ ਗੁਰੂ ਮਹਾਰਾਜ ਦੀ ਮਰਜੀਵੜੀ ਧੀ, ਸਿੱਖੀ ਦਾ ਦਰਦ ਰੱਖਣ ਵਾਲੀ, ਆਪਣੇ ਹਿਰਦੇ ਦੇ ਅੰਦਰ ਗੁਰੂ ਮਾਲਕ ਦਾ ਨਾਮ ਜਪਣ ਵਾਲੀ ਸਿਰੜ ਦੀ ਮੂਰਤ ਬੀਬੀ ਸ਼ਰਨ ਕੌਰ, ਉਹ ਚੱਲ ਕੇ ਆਏ ਤੇ ਉਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਦੀਵੇ ਦੀ ਲੋ ਦੇ ਸਹਾਰੇ ਸਾਧ ਸੰਗਤ ਕੁਝ ਕੁ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਸੂਰਮਿਆਂ ਦੇ ਸਰੀਰਾਂ ਨੂੰ ਇਕੱਤਰ ਕੀਤਾ। ਇੱਕ ਜਗ੍ਹਾ ਦੇ ਉੱਪਰ ਸਾਰਿਆਂ ਨੂੰ ਇਕੱਠਿਆਂ ਕਰਕੇ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ, ਇਹ ਰਾਏਪੁਰ ਪਿੰਡ ਦੀ ਸੀ, 2 ਕਿਲੋਮੀਟਰ ਤੋਂ ਇਹ ਚੱਲ ਕੇ ਆਈ ਹੈ। ਜਦੋਂ ਮਹਾਰਾਜ ਨੇ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਿਆ ਤੇ ਰਾਏਪੁਰ ਪਿੰਡ ਤੇ ਜੰਡ ਸਾਹਿਬ ਦੇ ਵਿੱਚੋਂ ਹੋ ਕੇ ਮਹਾਰਾਜ ਜੀ ਗਏ ਹਨ ਮਾਛੀਵਾੜੇ ਦੇ ਵਿੱਚ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਨਾਮ ਬਾਣੀ ਦੇ ਸਹਾਰੇ ਰਾਤ ਦੇ ਵੇਲੇ ਇਸ ਇਕੱਲੀ ਨੇ ਦੀਵੇ ਦੀ ਲੋ ਦੇ ਸਹਾਰੇ ਕੁਝ ਸਿੰਘਾਂ ਦੇ ਸਰੀਰਾਂ ਨੂੰ ਪਹਿਚਾਣ ਕੇ ਇਕੱਠਿਆਂ ਕੀਤਾ ਤੇ ਇੱਕ ਜਗ੍ਹਾ ਇਕੱਠਿਆਂ ਕਰਕੇ ਉਸ ਤੋਂ ਬਾਅਦ ਚਿਖਾ ਚਿਣੀ, ਕੁਝ ਪਾਥੀਆਂ ਲਈਆਂ, ਸਲਵਾੜ, ਕੁਝ ਕਾਨੇ, ਕੁਝ ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਉਸ ਤੋਂ ਬਾਅਦ ਇਹਨੇ ਭਰੇ ਹੋਏ ਮਨ ਦੇ ਨਾਲ, ਵੈਰਾਗੀ ਮਨ ਦੇ ਨਾਲ ਅੱਗ ਲਾਈ ਤੇ ਸੋਹਲਾ ਸਾਹਿਬ ਪਵਿੱਤਰ ਬਾਣੀ ਦਾ ਜਾਪ ਕੀਤਾ। ਜਿਸ ਵਕਤ ਅੱਗ ਲਾਈ ਹੈ ਸੂਰਮਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਵਾਸਤੇ, ਜਿਹੜੇ ਦਿਨ ਭਰ ਦੇ ਥੱਕੇ ਹਾਰੇ ਮੁਗਲ ਫੌਜੀ ਪਏ ਹੋਏ ਸਨ, ਜਿਹੜੇ ਸਾਰਾ ਦਿਨ ਆਪਣੇ ਸਾਥੀ ਸਿਪਾਹੀਆਂ ਨੂੰ ਦੱਬਦੇ ਰਹੇ, ਮਿੱਟੀ ਦੇ ਸਪੁਰਦ ਕਰਦੇ ਰਹੇ, ਉਹ ਥੱਕੇ ਸੁੱਤੇ ਪਏ ਸਨ। ਅੱਗ ਦੀਆਂ ਲਾਟਾਂ ਜਦੋਂ ਉੱਚੀਆਂ ਗਈਆਂ ਤੇ ਉੱਪੜ ਵਾਏ ਉੱਠ ਖਲੋਤੇ। ਉਹਨਾਂ ਨੇ ਉੱਠ ਕੇ ਵੇਖਿਆ, ਪਹਿਲਾਂ ਉਹ ਥੋੜੇ ਸਹਿਮ ਗਏ, ਡਰ ਗਏ, ਨੇੜੇ ਨਾ ਆਏ। ਕੁਝ ਸਮੇਂ ਬਾਅਦ ਉਹ ਸੁਚੇਤ ਹੋ ਕੇ ਨੇੜੇ ਆਏ ਤੇ ਇੱਥੇ ਬੀਬੀ ਨੂੰ ਵੇਖਿਆ ਤੇ ਉਹਨਾਂ ਨੇ ਪੁੱਛਿਆ ਬੀਬੀ ਸ਼ਰਨ ਕੌਰ ਨੂੰ, ਤੂੰ ਕੌਣ ਹੈ, ਇੱਥੇ ਕੀ ਕਰ ਰਹੀ ਹੈ? ਤੇ ਬੀਬੀ ਸ਼ਰਨ ਕੌਰ ਜੀ ਨੇ ਅੱਗੋਂ ਨਿਡਰਤਾ ਨਾਲ ਜਵਾਬ ਦਿੱਤਾ ਤੇ ਸੱਚ ਕਿਹਾ, ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਤੇ ਮੈਂ ਆਪਣੇ ਵੀਰਾਂ ਸਿੰਘਾਂ ਦਾ ਸੰਸਕਾਰ ਕਰਨ ਵਾਸਤੇ ਇੱਥੇ ਆਈ ਹਾਂ। ਉਹਨਾਂ ਨੇ ਸਾਧ ਸੰਗਤ ਇਹਨੂੰ ਬੁਰਾ ਭਲਾ ਬੋਲਿਆ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ। ਬੀਬੀ ਸ਼ਰਨ ਕੌਰ ਗੁਰੂ ਮਹਾਰਾਜ ਦੀ ਬਹਾਦਰ ਧੀ ਦੇ ਕੋਲ ਹਥਿਆਰ ਸੀ ਤਲਵਾਰ, ਉਹਨੇ ਤਲਵਾਰ ਧੂ ਲਈ। ਕੁਝ ਕੁ ਇਹਨਾਂ ਨੂੰ ਸਾਧ ਸੰਗਤ ਮਾਰ ਕੇ ਜਹੰਨਮ ਦੇ ਰਾਹ ਪਹੁੰਚਾਇਆ ਤੇ ਉਸ ਤੋਂ ਬਾਅਦ ਇਹਨੂੰ ਬਹੁਤ ਭਾਰੀ ਗਹਿਰਾ ਜ਼ਖਮ ਲੱਗਾ ਤੇ ਉਹਨਾਂ ਸਾਧ ਸੰਗਤ ਮੁਗਲ ਸਿਪਾਹੀਆਂ ਨੇ ਚੁੱਕ ਕੇ ਇਹਨੂੰ ਅੱਧਮੋਈ ਹਾਲਤ ਦੇ ਵਿੱਚ ਉਸੇ ਹੀ ਬਲਦੀ ਹੋਈ ਚਿਖਾ ਦੇ ਉੱਪਰ ਸੁੱਟ ਦਿੱਤਾ। ਇਸ ਤਰ੍ਹਾਂ ਨਾਲ 9 ਪੋਹ ਦੀ ਰਾਤ ਬਣਦੀ ਹੈ 23 ਦਸੰਬਰ 9 ਪੋਹ ਦੀ ਰਾਤ, ਜਿਸ ਦਿਨ ਕਹਿ ਸਕਦੇ ਹਾਂ ਜਿਹੜੇ 40 ਸਿੰਘ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਸ਼ਹੀਦ ਹੋਏ ਹਨ, ਉਹਨਾਂ ਦੇ ਵਿੱਚ ਸਾਧ ਸੰਗਤ ਇਹ ਬੀਬੀ ਸ਼ਰਨ ਕੌਰ ਵੀ ਆਪਣਾ ਨਾਮ ਲਿਖਾ ਕੇ ਸੱਚਖੰਡ ਪਿਆਨਾ ਕਰ ਗਏ। ਪਰ ਸੰਸਕਾਰ ਦੀ ਸੇਵਾ ਜਿਹੜੀ ਹੈ ਉਹ ਸੰਪੂਰਨ ਨਹੀਂ ਹੋ ਸਕੀ। ਇਸ ਤਰ੍ਹਾਂ ਨਾਲ 2 ਭਰਾਵਾਂ ਦਾ ਜ਼ਿਕਰ ਆਉਂਦਾ ਹੈ, ਭਾਈ ਤਲੋਕਾ ਤੇ ਭਾਈ ਰਾਮਾ ਜੀ, ਜਿਹੜੇ ਕਿ ਸਰਹੰਦ ਗਏ ਹਾਲਾ ਭਰਨ ਵਾਸਤੇ, ਟੈਕਸ ਭਰਨ ਵਾਸਤੇ, ਉਗਰਾਹੀ ਦੇਣ ਵਾਸਤੇ ਗਏ ਤੇ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੱਚੀ ਸਰਕਾਰ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਹੈ। ਫਿਰ ਉਹ ਆਏ ਪੁੱਛਦੇ ਪੁਛਾਉਂਦੇ ਚਮਕੌਰ ਸਾਹਿਬ ਆ ਕੇ ਸਾਰੇ ਹਾਲਾਤਾਂ ਦਾ ਉਹਨਾਂ ਨੂੰ ਜਾਇਜ਼ਾ ਮਿਲਿਆ
ਤੇ ਉਹਨਾਂ ਦੋਨਾਂ ਭਰਾਵਾਂ ਨੇ ਬਹੁਤ ਵੈਰਾਗ ਵਿੱਚ ਆ ਕੇ ਦੁੱਖ ਮਨਾਇਆ ਕਿ ਮੁਗਲ ਸਿਪਾਹੀ ਆਪਣੇ ਸਾਥੀਆਂ ਨੂੰ ਤੇ ਦਫਨ ਕਰ ਰਹੇ ਨੇ, ਪਰ ਜਿਹੜੇ ਗੁਰੂ ਮਹਾਰਾਜ ਦੇ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੀਆਂ ਲਾਸ਼ਾਂ ਰੁਲ ਰਹੀਆਂ ਨੇ। ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਕੋਈ ਸੰਸਕਾਰ ਨਾ ਕਰੇ ਤੇ ਬੇਅਦਬੀ ਹੋਵੇ। ਇਹਦੇ ਪਿੱਛੇ ਕਾਰਨ ਇਹ ਹੈ ਵੀ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਕਰਨਾ ਚਾਹੁੰਦੀ ਸੀ ਮੁਗਲਿਆ ਸਲਤਨਤ, ਤਾਂ ਕਿ ਲੋਕਾਂ ਦੇ ਅੰਦਰ ਸਹਿਮ ਇੰਨਾ ਪੈਦਾ ਹੋ ਜਾਏ ਵੀ ਮਰਨ ਤੋਂ ਬਾਅਦ ਸੰਸਕਾਰ ਵੀ ਨਹੀਂ ਕੀਤੇ ਜਾ ਸਕਦੇ ਤੇ ਸਰਕਾਰ ਦੇ ਖਿਲਾਫ ਕੋਈ ਉਸ ਤੋਂ ਬਾਅਦ ਅੰਦੋਲਨ ਦੀ ਆਵਾਜ਼ ਜਾਂ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਦੀ ਹਿੰਮਤ ਹੀ ਨਾ ਕਰ ਸਕੇ। ਇਸ ਕਰਕੇ ਇਹਨਾਂ ਦੋਨਾਂ ਭਰਾਵਾਂ ਨੇ ਅਰਦਾਸ ਕੀਤੀ, ਮਹਾਰਾਜ ਇਹ ਸਾਨੂੰ ਸੇਵਾ ਬਖਸ਼ੋ। ਇਹ ਜਿਹੜੀ ਸੇਵਾ ਹੈ ਨਾ ਬੜੀ ਕਠਿਨ ਸੇਵਾ ਹੈ, ਬੜੀ ਕਰੜੀ ਸੇਵਾ ਸੀ ਜਿਹੜੀ ਮਹਾਰਾਜ ਦੇ ਚਰਨਾਂ ਪਾਸੋਂ ਇਹਨਾਂ ਨੂੰ ਪ੍ਰਾਪਤ ਹੋਈ। ਇਹਨਾਂ ਦੋਨਾਂ ਸਾਧ ਸੰਗਤ ਮੈਂ ਕਹਾਂਗਾ ਸੂਰਮਿਆਂ ਨਹੀਂ, ਬਕਾਇਦਾ ਆਪਣੇ ਜਿਹੜਾ ਭੇਸ ਸੀ ਉਹਨੂੰ ਬਦਲਿਆ, ਕੇਸ ਆਪਣੇ ਖੋਲ ਕੇ ਪਿਛਾਂਹ ਨੂੰ ਖਿਲਾਰ ਲਏ, ਆਪਣੇ ਕੱਪੜੇ ਪਾੜ ਲਏ, ਸਰੀਰਾਂ ਉੱਤੇ ਗੰਦਮੰਦ ਮਲ ਲਿਆ ਤਾਂ ਕਿ ਕੋਲੋਂ ਬਦਬੂ ਆਏ ਤੇ ਪਾਗਲਾਂ ਵਾਲਾ ਭੇਸ ਧਾਰਨ ਕਰ ਲਿਆ। ਇਸ ਤਰ੍ਹਾਂ ਜਦੋਂ ਰਾਤ ਪਈ ਤੇ ਰਾਤ ਨੂੰ ਇਹ ਸਾਧ ਸੰਗਤ ਚਮਕੌਰ ਸਾਹਿਬ ਜਿੱਥੇ ਜੰਗ ਹੋਇਆ ਹੈ, ਇਹ ਜਿਹੜਾ ਜੰਗ ਹੋਇਆ ਇੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ ਔਰ ਸਾਧ ਸੰਗਤ ਇੱਥੇ ਹੀ ਸੰਸਕਾਰ ਦੀ ਸੇਵਾ ਹੋਈ ਹੈ। ਉਂਝ ਨਾ ਜਦੋਂ ਵੀ ਚਮਕੌਰ ਸਾਹਿਬ ਜਾਈਏ ਸਾਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ। 5 ਤਕਰੀਬਨ ਗੁਰੂ ਘਰ ਨੇ, ਸਾਰਿਆਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇੱਕ ਤੇ ਗੁਰਦੁਆਰਾ ਸਾਹਿਬ ਹੈ ਸਾਧ ਸੰਗਤ, ਗੁਰਦੁਆਰਾ ਦਮਦਮਾ ਸਾਹਿਬ। ਗੁਰਦੁਆਰਾ ਦਮਦਮਾ ਸਾਹਿਬ ਇਹ ਉਹ ਜਗ੍ਹਾ ਜਿੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਬਾਗ ਦੇ ਵਿੱਚ ਉਤਾਰੇ ਕੀਤੇ ਹਨ, ਚਮਕੌਰ ਕੱਚੀ ਗੜੀ ਦੇ ਵਿੱਚ ਚਰਨ ਪਾਉਣ ਤੋਂ ਪਹਿਲਾਂ। ਸਾਧ ਸੰਗਤ ਦੂਸਰਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੜੀ ਸਾਹਿਬ। ਗੁਰਦੁਆਰਾ ਗੜੀ ਸਾਹਿਬ ਜਿਸ ਬੁੱਧੀ ਚੰਦ ਦੀ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਤਕਰੀਬਨ 40 ਸਿੰਘਾਂ ਦੇ ਨਾਲ ਇਹ ਦੁਨੀਆ ਦੇ ਅੰਦਰ ਇੱਕ ਅਨੋਖਾ ਇਤਿਹਾਸ ਸਿਰਜਿਆ, ਬਹੁਤ ਭਿਅੰਕਰ ਯੁੱਧ ਕੀਤਾ 10 ਲੱਖ ਦੇ ਮੁਲਖਈਏ ਦੇ ਨਾਲ। ਤੀਜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ, ਜਿੱਥੇ ਸਾਧ ਸੰਗਤ ਇਹ 40 ਤਕਰੀਬਨ ਮਰਜੀਵੜੇ ਲੜਦੇ ਹੋਏ ਸ਼ਹੀਦੀ ਜਾਮ ਪੀ ਗਏ ਤੇ ਸਾਧ ਸੰਗਤ ਇੱਥੇ 2 ਸਾਹਿਬਜ਼ਾਦੇ ਵੀ ਸ਼ਹੀਦੀ ਜਾਮ ਪੀ ਗਏ। ਇੱਥੇ ਇਹਨਾਂ ਦਾ ਸੰਸਕਾਰ ਹੋਇਆ ਹੈ। ਜਿਹੜੇ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਬਚਨ ਆਖੇ ਨੇ, 1.25 ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਮਾਨੋ ਇਹ ਜਿਹੜੇ ਬਚਨ ਹਨ, ਇਹਨਾਂ ਬਚਨਾਂ ਨੂੰ ਇਹਨਾਂ ਸੂਰਮਿਆਂ ਨੇ ਇਸੇ ਪਾਵਨ ਸਥਾਨ ਤੇ ਪੂਰੇ ਕਰਕੇ ਦਿਖਾਇਆ। ਫਿਰ ਸਾਧ ਸੰਗਤ ਗੁਰਦੁਆਰਾ ਸਾਹਿਬ ਗੁਰਦੁਆਰਾ ਤਾੜੀ ਸਾਹਿਬ, ਜਿੱਥੇ ਕਲਗੀਧਰ ਪਿਤਾ ਮਹਾਰਾਜ ਨੇ ਇਸ ਜਗ੍ਹਾ ਤੋਂ ਨਿਕਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਸਾਧ ਸੰਗਤ ਗੜੀ ਸਾਹਿਬ ਵਿੱਚੋਂ ਨਿਕਲਣ ਤੋਂ ਬਾਅਦ ਤਾੜੀ ਵਜਾਈ ਹੈ ਤੇ ਇਸ ਤਰ੍ਹਾਂ ਨਾਲ ਲਲਕਾਰ ਕੇ ਦੁਸ਼ਮਣ ਨੂੰ ਨਿਕਲੇ ਹਨ ਗੁਰਦੁਆਰਾ ਤਾੜੀ ਸਾਹਿਬ। ਇੱਕ ਹੋਰ ਗੁਰੂ ਘਰ ਹੈ ਗੁਰਦੁਆਰਾ ਰਣਜੀਤਗੜ੍ਹ ਸਾਹਿਬ। ਇੱਥੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਰੂਕਸ਼ੇਤਰ ਤੋਂ ਵਾਪਸ ਆਉਂਦਿਆਂ ਹੋਇਆਂ ਇੱਥੇ ਪਹਾੜੀ ਰਾਜਿਆਂ ਨੇ 2 ਮੁਗਲਾਂ ਨੂੰ ਸਾਧ ਸੰਗਤ ਮਹਾਰਾਜ ਦੇ ਵਿਰੁੱਧ ਲੜਨ ਵਾਸਤੇ ਤਿਆਰ ਕੀਤਾ ਸੀ, ਸੈਯਦ ਬੇਗ ਤੇ ਅਲਫ ਖਾਨ ਨੂੰ। ਇੱਥੇ ਯੁੱਧ ਹੋਇਆ ਸੀ ਤੇ ਜਿਹੜੇ ਮੁਗਲ ਫੌਜੀ ਸਨ ਇਹਨਾਂ ਵਿੱਚੋਂ ਸੈਯਦ ਬੇਗ ਤੇ ਮਹਾਰਾਜ ਦੀ ਸ਼ਰਨ ਆ ਗਿਆ ਸੀ। ਜਿਹੜਾ ਅਲਫ ਖਾਨ ਉਹ ਰਣ ਛੱਡ ਕੇ ਦੌੜ ਗਿਆ ਸੀ, ਰਣ ਜਿੱਤਿਆ। ਇਸ ਕਰਕੇ ਗੁਰਦੁਆਰਾ ਸਾਹਿਬ ਰਣਜੀਤਗੜ੍ਹ ਸਾਹਿਬ। ਖੈਰ ਸਾਧ ਸੰਗਤ ਹਾਲਾ ਭਰਨ ਵਾਸਤੇ ਗਏ ਸਨ ਇਹ ਦੋਵੇਂ ਭਰਾ। ਉੱਥੋਂ ਪਤਾ ਲੱਗਿਆ ਇਹਨਾਂ ਨੂੰ ਸਰਹੰਦ ਤੋਂ। ਫਿਰ ਇਹਨਾਂ ਨੇ ਰਾਤ ਦੇ ਹਨੇਰੇ ਦੇ ਅੰਦਰ ਇੱਥੇ ਚਮਕੌਰ ਸਾਹਿਬ ਦੋਵਾਂ ਭਰਾਵਾਂ ਨੇ, ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਹੋਰਾਂ ਨੇ, ਸਾਰੇ ਸਿੰਘਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਤਕਰੀਬਨ ਮਹਾਰਾਜ ਦੇ ਨਾਲ 40 ਸਿੰਘ ਸਨ ਤੇ 2 ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਇਸ ਕਰਕੇ ਰਾਤ ਦੇ ਹਨੇਰੇ ਵਿੱਚ ਪਹਿਚਾਣ ਕੀ ਹੈ ਸਿੰਘ ਦੀ? ਕੜਾ ਹੱਥ ਵਿੱਚ, ਤੇੜ ਕਸ਼ਹਿਰਾ ਤੇ ਸਾਧ ਸੰਗਤ ਗਾਤਰੇ ਸ੍ਰੀ ਸਾਹਿਬ ਤੇ ਸਿਰ ਦੇ ਉੱਪਰ ਕੇਸ। ਇਸ ਤਰ੍ਹਾਂ ਨਾਲ ਪਹਿਚਾਣ ਕਰ ਕਰਕੇ ਰਾਤ ਦੇ ਹਨੇਰੇ ਵਿੱਚ ਟੋ ਕੇ ਤਕਰੀਬਨ 40-42 ਸਿੰਘਾਂ ਨੂੰ ਇਕੱਠਿਆਂ ਕਰ ਲਿਆ ਇੱਕੋ ਜਗ੍ਹਾ ਦੇ ਉੱਪਰ। ਔਰ ਅੱਧ ਸੜਿਆ ਹੋਇਆ ਸਿਵਾ
ਜਿਹੜਾ ਸੀ ਸਾਧ ਸੰਗਤ ਤੇ ਅੱਧ ਸੜਿਆ ਹੋਇਆ ਇੱਕ ਬੀਬੀ ਦਾ ਸਰੀਰ, ਉਹੀ ਬੀਬੀ ਜਿਹੜੀ ਪਿਛਲੇ ਦਿਨ 9 ਪੋਹ ਨੂੰ ਯਤਨ ਕਰ ਰਹੀ ਸੀ ਸੰਸਕਾਰ ਕਰਨ ਦਾ, ਉਹ ਵੀ ਮਿਲ ਗਿਆ। ਔਰ ਇਸ ਬੀਬੀ ਦਾ ਸਾਹਸ ਤੇ ਇਹਦੀ ਦਲੇਰੀ ਨੂੰ ਭਾਂਪਦਿਆਂ ਹੋਇਆਂ ਭਾਈ ਸਾਹਿਬ, ਭਾਈ ਰਾਮਾ ਜੀ ਤੇ ਭਾਈ ਤਰਲੋਕਾ ਜੀ ਨੂੰ ਹੋਰ ਹੌਸਲਾ ਆਇਆ, ਹੋਰ ਦ੍ਰਿੜਤਾ ਆਈ, ਜਿਹਦੇ ਸਦਕਾ ਇਹਨਾਂ ਨੇ ਸੇਵਾ ਹੋਰ ਤਨੋਂ ਮਨੋਂ ਕੀਤੀ। ਸਾਰਿਆਂ ਨੂੰ ਇੱਕ ਜਗ੍ਹਾ ਇਕੱਠਿਆਂ ਕਰ ਲਿਆ। ਜਿਸ ਵਕਤ ਪੂਰੀ ਤਰ੍ਹਾਂ ਨਾਲ ਮਨ ਦਾ ਭਰਮ ਦੂਰ ਹੋ ਗਿਆ, ਫਿਰ ਉਹਨਾਂ ਨੇ ਉਸੇ ਤਰ੍ਹਾਂ ਪਾਥੀਆਂ, ਸਲਵਾੜ, ਕਾਨੇ ਇਤਿਆਦਿ ਇਕੱਠੇ ਕੀਤੇ, ਲੱਕੜਾਂ ਲਈਆਂ, ਇੱਕ ਵੱਡਾ ਸ਼ਿਵਾ ਤਿਆਰ ਕੀਤਾ। ਫਿਰ ਉਸ ਤੋਂ ਬਾਅਦ ਦੋਵਾਂ ਨੇ ਵੈਰਾਗੀ ਮਨ ਵਿੱਚ ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਦੇ ਇਹਨਾਂ ਸੂਰਮੇ ਸਿੰਘਾਂ ਖਾਲਸਾ ਜੀ ਦੇ ਸਰੀਰਾਂ ਨੂੰ ਅਗਨ ਭੇਟ ਕਰਨ ਵਾਸਤੇ ਅਗਨੀ ਲਾਈ। ਜਿਸ ਵਕਤ ਅਗਨੀ ਪ੍ਰਜਵਲਿਤ ਹੋਈ, ਉਸੇ ਤਰ੍ਹਾਂ ਪਿਛਲੀ ਰਾਤ ਦੀ ਤਰ੍ਹਾਂ ਮੁਗਲ ਫੌਜੀ ਦੌੜੇ ਦੌੜੇ ਆਏ, ਪਰ ਇਹ ਦੋਵੇਂ ਜਾਣੇ ਅੱਗ ਦੇ ਨਾਲ ਖੇਡਣ ਲੱਗ ਪਏ, ਉੱਚੀ ਉੱਚੀ ਕਿਲਕਾਰੀਆਂ ਮਾਰਨ ਲੱਗ ਪਏ, ਰੌਲਾ ਪਾਉਣ ਲੱਗ ਪਏ, ਇੱਕ ਦੂਜੇ ਉੱਤੇ ਮਿੱਟੀ ਸੁੱਟਣ ਲੱਗ ਪਏ। ਇਸ ਤਰ੍ਹਾਂ ਨਾਲ ਇਹਨਾਂ ਨੇ ਪਾਗਲਾਂ ਵਾਲੀਆਂ ਪੂਰੀਆਂ ਹਰਕਤਾਂ ਕੀਤੀਆਂ। ਪਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਬੜੀ ਪੱਤ ਢੱਕੀ। ਮੁਗਲ ਫੌਜੀ ਕੁਝ ਸਮਾਂ ਇਹਨਾਂ ਦਾ ਤਮਾਸ਼ਾ ਵੇਖਦੇ ਰਹੇ ਤੇ ਇਹਨਾਂ ਨੂੰ ਪਾਗਲ ਸਮਝ ਕੇ ਫਿਰ ਉੱਥੋਂ ਚਲੇ ਗਏ। ਐਵੇਂ ਮਹਾਰਾਜ ਦੀ ਕਿਰਪਾ ਦੇ ਸਦਕਾ ਸਾਰੇ ਸਿੰਘਾਂ ਦੇ ਸੰਸਕਾਰ ਦੀ ਸੇਵਾ ਜਿਹੜੀ ਸੀ ਸੰਪੂਰਨ ਹੋ ਗਈ। ਫਿਰ ਇਹ ਸਾਧ ਸੰਗਤ ਸੰਪੂਰਨ ਕਰਕੇ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਇਹਨਾਂ ਕੀਤਾ। ਤੇ ਜਦੋਂ ਗੁਰੂ ਕਲਗੀਧਰ ਪਿਤਾ ਜੀ ਇੱਥੇ ਆਏ ਨੇ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਇੱਥੇ ਮਹਾਰਾਜ ਦੇ ਵਾਸਤੇ ਸਾਧ ਸੰਗਤ 2 ਗੱਡੇ ਅਨਾਜ ਦੇ ਭਰ ਕੇ ਸੇਵਾ ਵਾਸਤੇ ਇਹ ਲੈ ਕੇ ਇਹ ਦੋਵੇਂ ਜਾਣੇ ਹਾਜ਼ਰ ਹੋਏ। ਤੇ ਸਤਿਗੁਰੂ ਮਹਾਰਾਜ ਨੇ ਪੁੱਛਿਆ ਸੀ ਦਰਬਾਰ ਦੇ ਅੰਦਰ, ਇਹ ਜੋ ਭੇਟਾ ਤੁਸੀਂ ਲੈ ਕੇ ਆਏ ਹੋ ਆਪਣੇ ਵੱਲੋਂ ਹੈ ਕਿ ਭਾਈਚਾਰੇ ਵੱਲੋਂ ਹੈ? ਇਹਨਾਂ ਨੇ ਆਖਿਆ ਮਹਾਰਾਜ ਜੀ ਇਹ ਸਾਡੇ ਵੱਲੋਂ ਹੈ, ਭਾਈਚਾਰਾ ਪਿੱਛੇ ਇਕੱਠੀ ਕਰਕੇ ਹੋਰ ਰਸਤਾ ਲੈ ਕੇ ਆ ਰਿਹਾ। ਕਿਸੇ ਦੱਸਿਆ ਮਹਾਰਾਜ ਇਹਨਾਂ ਨੇ ਆ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਬੜੇ ਖੁਸ਼ ਹੋਏ ਔਰ ਇਹਨਾਂ ਨੂੰ ਸੰਸਕਾਰ ਦੀ ਸੇਵਾ ਦੇ ਬਾਬਤ ਸਾਰੀ ਤਰਤੀਬ ਦੇ ਨਾਲ ਪੁੱਛਿਆ। ਇਹਨਾਂ ਨੇ ਦੱਸਿਆ ਮਹਾਰਾਜ ਜੀ ਇੱਕ ਬੀਬੀ ਨੇ ਸੰਸਕਾਰ ਦੀ ਕੋਸ਼ਿਸ਼ ਕੀਤੀ ਸੀ, ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਮੁਖਾਰਬਿੰਦ ਵਿੱਚੋਂ ਅੰਤਰਜਾਮੀ ਘਟ ਘਟ ਦੀ ਜਾਣਨ ਵਾਲੇ ਨੇ ਇਹ ਨਹੀਂ ਬਚਨ ਆਖਿਆ। ਉਹ ਗੁਰੂ ਕੀ ਪੁੱਤਰੀ ਸੀ ਔਰ ਆਪਣਾ ਉਹ ਜਨਮ ਸਫਲਾ ਕਰ ਗਈ। ਫਿਰ ਸਾਧ ਸੰਗਤ ਮਹਾਰਾਜ ਜੀ ਖੁਸ਼ ਹੋਏ, ਬਚਨ ਸੁਣ ਕੇ ਸੰਗਤ ਦੇ ਅੱਖਾਂ ਵਿੱਚੋਂ ਅਥਰੂ ਆਉਣ ਲੱਗ ਪਏ। ਤੇ ਕਲਗੀਧਰ ਮਹਾਰਾਜ ਨੇ ਇਹ ਬਚਨ ਆਖਿਆ ਸੀ ਇਹਨਾਂ ਨੂੰ ਕਿ ਮੰਗੋ ਕੀ ਮੰਗਦੇ ਹੋ। ਇਹਨਾਂ ਨੇ ਆਖਿਆ ਮਹਾਰਾਜ ਇਹ ਸੇਵਾ ਤੁਸੀਂ ਆਪ ਕਰਾਈ ਹੈ ਸਾਡੇ ਕੋਲੋਂ, ਮਹਾਰਾਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ ਇਹਦੇ ਲੇਖਕ ਮਹਾਕਵੀ ਭਾਈ ਸੰਤੋਖ ਸਿੰਘ ਜੀ, ਉਹਦੇ ਵਿੱਚ ਬਚਨ ਲਿਖੇ ਨੇ। ਜਿਹੜਾ ਗੁਰਪ੍ਰਤਾਪ ਗ੍ਰੰਥ ਹੈ ਉਹਦੇ ਵਿੱਚ ਬਚਨ ਹਨ। ਇਹਨਾਂ ਨੇ ਮਹਾਰਾਜ ਨੂੰ ਕਿਹਾ ਸਤਿਗੁਰੂ ਮਹਾਰਾਜ ਜੀ ਦ੍ਰਿਸ਼ਟ ਪਰੇ ਨਹਿ ਦੋਨੋਂ ਭਾਈ, ਜੇ ਪਾਵਤ ਸਿਰ ਵੱਢ ਲੈ ਜਾਈ। ਸਤਿਗੁਰੂ ਇਹ ਤੇ ਤੁਹਾਡੀ ਕਲਾ ਹੈ। ਮੁਗਲ ਸਿਪਾਹੀਆਂ ਨੂੰ ਜਿਹੜੇ ਆਪ ਜੀ ਦੇ ਦੋਨੋਂ ਮਹਾਰਾਜ ਸਾਹਿਬਜ਼ਾਦੇ ਗਰੀਬ ਨਵਾਜ ਧੰਨ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਦੋਨਾਂ ਦੇ ਸਰੀਰ ਹੀ ਨਹੀਂ ਨਜ਼ਰ ਪਏ। ਜੇ ਉਹਨਾਂ ਦੇ ਸਰੀਰ ਨਜ਼ਰ ਪੈ ਜਾਂਦੇ ਮੁਗਲ ਫੌਜਾਂ ਨੂੰ ਤੇ ਮਹਾਰਾਜ ਜੀ ਦ੍ਰਿਸ਼ਟ ਪਰੇ ਨਹਿ ਦੋਨੋਂ ਭਾਈ, ਜੇ ਪਾਵਤ ਸਿਰ ਵੱਢ ਲੈ ਜਾਈ। ਗੁਰੂ ਮਹਾਰਾਜ ਸਾਹਿਬਜ਼ਾਦਿਆਂ ਦੇ ਸੀਸ ਵੱਢ ਕੇ ਮੁਗਲ ਫੌਜਾਂ ਲੈ ਜਾਣੇ ਸਨ ਔਰ ਬਹੁਤ ਬੇਅਦਬੀ ਕਰਨੀ ਸੀ। ਗਰੀਬ ਨਵਾਜ ਜਦੋਂ ਅਸੀਂ ਸੰਸਕਾਰ ਵਾਸਤੇ ਸਰੀਰਾਂ ਨੂੰ ਇਕੱਠੇ ਕਰ ਰਹੇ ਸਾਂ, ਆਪਣੇ ਜਾਨ ਦਾਸ ਇਨ ਤਾਈ, ਦੋਨੋਂ ਲੋਥੇ ਦਈ ਦਿਖਾਈ। ਮਹਾਰਾਜ ਤੁਸਾਂ ਤਰਸ ਕਰਕੇ ਸਾਨੂੰ ਦੋਨਾਂ ਭਰਾਵਾਂ ਦੇ ਸਰੀਰ, ਆਪਣੇ ਸੁਪੁੱਤਰਾਂ ਦੇ ਸਰੀਰਾਂ ਦੇ ਦਰਸ਼ਨ ਕਰਾ ਦਿੱਤੇ। ਇਹ ਤੁਹਾਡੀ ਰਹਿਮਤ ਹੈ ਜੋ ਸੰਸਕਾਰ ਦੀ ਸੇਵਾ ਹੋ ਗਈ। ਮਹਾਰਾਜ ਨੇ ਕਿਹਾ ਫਿਰ ਵੀ ਗੁਰੂ ਨਾਨਕ ਸਾਹਿਬ ਦੇ ਘਰ ਸਭ ਕੁਝ ਹੈ, ਦੱਸੋ ਤੁਹਾਨੂੰ ਕੀ ਚਾਹੀਦਾ ਹੈ, ਤੁਸੀਂ ਕੀ ਆਸ ਰੱਖਦੇ ਹੋ, ਕੀ ਮੰਗ ਹੈ ਤੁਹਾਡੀ? ਤੇ ਉਹਨਾਂ ਨੇ ਆਖਿਆ ਮਹਾਰਾਜ ਜੀ ਤੁਹਾਡਾ ਦਿੱਤਾ ਬਹੁਤ ਕੁਝ ਹੈ ਪਰ ਜ਼ਮੀਨਾਂ ਨਹੀਂ ਹਨ। ਇਹਨਾਂ ਦੇ ਵੱਡੇ ਵਡੇਰੇ ਪਹਿਲਾਂ ਵੀ ਮੰਗਦੇ ਰਹੇ, 6ਵੇਂ ਪਾਤਸ਼ਾਹ ਕੋਲੋਂ, 7ਵੇਂ ਪਾਤਸ਼ਾਹ ਕੋਲੋਂ, ਤੇ ਹੁਣ 10ਵੇਂ ਪਾਤਸ਼ਾਹ ਨੇ ਬਚਨ ਕੀਤੇ। ਗਰੀਬ ਨਵਾਜ ਨੇ ਆਖਿਆ ਇਹਨਾਂ ਨੂੰ ਅੰਮ੍ਰਿਤ ਛਕੋ,
ਤੇ ਸਿੰਘ ਸੱਜ ਜਾਓ, ਬਾਣੀ ਦੇ ਬਾਣੇ ਦੇ ਧਾਰਨੀ ਬਣੋ। ਤੇ ਨਾਲ ਮੁਖਾਰਬਿੰਦ ਵਿੱਚੋਂ ਆਖਿਆ ਸੇਵਾ ਕਰਨੀ ਹੈ। ਤੇ ਗਰੀਬ ਨਵਾਜ ਨੇ ਆਖਿਆ ਧਨ ਦਾ ਰਾਜ ਭਾਗ ਦਾ ਮਾਣ ਨਹੀਂ ਕਰਨਾ, ਤੁਹਾਡੇ ਘਰ ਰਾਜ ਭਾਗ ਆਏਗਾ। ਤੇ ਗਰੀਬ ਨਵਾਜ ਨੇ ਆਖਿਆ ਗੁਰੂ ਕੇ ਸੇਵਕ ਬਣੇ ਰਹਿਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਬਚਨ ਪੂਰੇ ਹੋਏ। ਜਿਹੜੀਆਂ ਰਿਆਸਤਾਂ ਵੱਜੀਆਂ ਨੇ, ਨਾਭਾ ਰਿਆਸਤ, ਪਟਿਆਲਾ ਤੇ ਜੀਂਦ ਰਿਆਸਤ, ਇਹ ਮਹਾਰਾਜ ਦੇ ਬਚਨਾਂ ਦੇ ਸਦਕਾ ਇਹ ਵੱਜੀਆਂ। ਤੇ ਸਾਧ ਸੰਗਤ ਮਹਾਰਾਜ ਨੇ ਇਹਨਾਂ ਦੀ ਜਿਹੜੀ ਕੀਤੀ ਹੋਈ ਕਠਨ ਜਿਹੜੀ ਘਾਲ ਹੈ, ਸੇਵਾ ਹੈ, ਇਹਦੇ ਸਾਧ ਸੰਗਤ ਉੱਤੇ ਤਰੁੱਠ ਕੇ ਮਹਾਰਾਜ ਨੇ ਇਹਨਾਂ ਨੂੰ ਇਹ ਰਾਜ ਪਾਠ ਬਖਸ਼ਿਸ਼ ਕੀਤਾ ਸੀ। ਕਿਉਂਕਿ ਮਹਾਰਾਜ ਦੀ ਸੇਵਾ ਜਿਹੜੀ ਉਹ ਕਦੇ ਨਿਰਾਰਥਕ ਨਹੀਂ ਜਾਂਦੀ, ਕਦੇ ਵੀ ਵਿਅਰਥ ਨਹੀਂ ਜਾਂਦੀ। ਇਸ ਤਰ੍ਹਾਂ ਨਾਲ ਜਿਹੜੀ ਚਮਕੌਰ ਸਾਹਿਬ ਦੀ ਗੜੀ ਦੇ ਸ਼ਹੀਦ ਹਨ, ਉਹਨਾਂ ਦੇ ਸੰਸਕਾਰ ਦੀ ਇਹ ਸੇਵਾ ਹੋਈ।